ਅੱਜ ਤੁਹਾਨੂੰ ਦੱਸਦੇ ਹਾਂ KGF ਦੀ ਇੱਕ ਸੱਚੀ ਅਤੇ ਖੌਫਨਾਕ ਕਹਾਣੀ ਦੇ ਬਾਰੇ ਵਿੱਚ। ਕਹਿੰਦੇ ਨੇ ਕਿ ਖਦਾਨ ਦੇ ਵਿੱਚ ਅੱਜ ਵੀ ਸੋਨਾ ਮੌਜੂਦ ਹੈ, ਤਾਂ ਫਿਰ ਆਖਿਰ ਕਿਉਂ ਸਰਕਾਰ ਉਸ ਨੂੰ ਨਹੀਂ ਕੱਢ ਪਾ ਰਹੀ ਤੇ ਲੋਕਾਂ ਨੂੰ ਇਸ ਦੇ ਬਾਰੇ ਵਿੱਚ ਆਖਿਰ ਕਿਉਂ ਨਹੀਂ ਪਤਾ। KGF ਦੇ ਵਿੱਚ 121 ਸਾਲ ਪਹਿਲਾਂ ਖੁਦਾਈ ਦੇ ਦੌਰਾਨ ਕਰੀਬ 900 ਟਨ ਸੋਨਾ ਨਿਕਲਿਆ ਸੀ। ਕਰਨਾਟਕ ਦੇ ਵਿੱਚ ਕੋਲਾਰ ਗੋਲਡ ਫੀਲਡਸ ਹੈ, ਜਿੱਥੇ ਕਿ ਇਸ ਖਾਦਾਨ ਦੇ ਬਾਰੇ ਵਿੱਚ ਬ੍ਰਿਟਿਸ਼ ਸਰਕਾਰ ਦੇ ਲੈਫਟੀਨੈਂਟ ਜੌਨ ਵਾਰੇਨ ਨੇ ਇੱਕ ਆਰਟੀਕਲ ਲਿਖਿਆ ਸੀ। ਇਸ ਦੇ ਮੁਤਾਬਿਕ 1799 ਦੇ ਵਿੱਚ ਸ਼੍ਰੀਰੰਗਪਟਨਮ ਦੀ ਲੜਾਈ ਦੇ ਵਿੱਚ ਅੰਗਰੇਜ਼ਾਂ ਨੇ ਟੀਪੂ ਸੁਲਤਾਨ ਦੀ ਹੱਤਿਆ ਕਰਨ ਤੋਂ ਬਾਅਦ ਕੋਲਾਰ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਦੇ ਉੱਪਰ ਕਬਜ਼ਾ ਕਰ ਲਿਆ, ਪਰੰਤੂ ਕੁਝ ਸਾਲਾਂ ਬਾਅਦ ਅੰਗਰੇਜ਼ਾਂ ਨੇ ਇਹ ਜ਼ਮੀਨ ਮੈਸੂਰ ਰਾਜ ਨੂੰ ਵਾਪਸ ਦੇ ਦਿੱਤੀ, ਪਰੰਤੂ ਕੋਲਾਰ ਨੂੰ ਆਪਣੇ ਕੋਲ ਹੀ ਰੱਖਿਆ। ਜੀ ਹਾਂ, ਇਸੇ ਟੌਪਿਕ ਨੂੰ ਲੈ ਕੇ ਬਣੀ ਹੈ ਸਾਊਥ ਦੀ ਇਹ ਫੇਮਸ ਫਿਲਮ KGF ਚੈਪਟਰ 2, ਜੋ ਕਿ 14 ਅਪ੍ਰੈਲ ਨੂੰ ਥੀਏਟਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਦੇ ਵਿੱਚ ਸਾਊਥ ਐਕਟਰ ਯਸ਼ ਅਤੇ ਸ਼੍ਰੀਨਿਧੀ ਦੇ ਨਾਲ ਬਾਲੀਵੁੱਡ ਐਕਟਰ ਸੰਜੇ ਦੱਤ ਅਤੇ ਰਵੀਨਾ ਟੰਡਨ ਵੀ ਮੌਜੂਦ ਸੀ। ਇਸ ਫਿਲਮ ਦੇ ਵਿੱਚ ਸੰਜੇ ਖੂੰਖਾਰ ਅੰਦਾਜ਼ ਦੇ ਵਿੱਚ ਪਰਦੇ ਦੇ ਉੱਪਰ ਨਜ਼ਰ ਆਏ। ਜੀ ਹਾਂ, ਸੰਜੇ ਜੋ ਕਿ ਖੌਫਨਾਕ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੇ ਨੇ। ਹੁਣ ਤੁਹਾਨੂੰ ਦੱਸ ਦਈਏ ਕਿ ਇਹ ਜੋ ਕਹਾਣੀ ਹੈ ਇਹ ਕੋਈ ਫਿਕਸ਼ਨ ਨਹੀਂ ਹੈ, ਬਲਕਿ ਇਹ ਇੱਕ ਸੱਚੀ ਕਹਾਣੀ ਦੇ ਉੱਪਰ ਆਧਾਰਿਤ ਫਿਲਮ ਹੈ। KGF ਦੀ ਪੂਰੀ ਕਹਾਣੀ ਜਿਸ ਸੋਨੇ ਦੀ ਖਦਾਨ ਦੇ ਉੱਪਰ ਰਚੀ ਗਈ ਹੈ, ਉਸ ਦੀ ਸੱਚੀ ਕਹਾਣੀ ਸੁਣ ਕੇ ਤੁਸੀਂ ਵੀ ਡਰ ਦੇ ਨਾਲ ਥਰਰਾ ਸਕਦੇ ਹੋ। ਭਾਰਤ ਨੂੰ ਉਂਝ ਤਾਂ ਵੈਸੇ ਸੋਨੇ ਦੀ ਚਿੜੀ ਕਿਹਾ ਹੀ ਜਾਂਦਾ ਸੀ, ਅਸੀਂ ਸਾਰੇ ਜਾਣਦੇ ਹਾਂ। ਸੋਨੇ ਦੀ ਚਾਹਤ ਦੇ ਵਿੱਚ KGF ਦੇ ਇਲਾਕੇ ਨੇ ਬਹੁਤ ਜ਼ਿਆਦਾ ਖੂਨ ਖਰਾਬਾ ਵੀ ਦੇਖਿਆ ਹੈ ਅਤੇ ਨਾਲ ਹੀ ਆਪਣੀ ਤਰੱਕੀ ਵੀ ਵੇਖੀ, ਪਰੰਤੂ ਪੂਰਾ ਮਾਮਲਾ ਜਾਣਨ ਦੇ ਵਾਸਤੇ ਤੁਸੀਂ ਅੱਗੇ ਦੀ ਵੀਡੀਓ ਨੂੰ ਜ਼ਰੂਰ ਦੇਖੋ ਕਿ ਇਸ ਦੇ ਵਿੱਚ ਕਿਸ ਪ੍ਰਕਾਰ ਦੇ ਰਹੱਸ ਭਰੇ ਹੋਏ ਨੇ। ਸਾਊਥ ਦੀ ਮਸ਼ਹੂਰ ਫਿਲਮ KGF ਦੀ ਕਹਾਣੀ ਦਰਸ਼ਕਾਂ ਨੂੰ ਇੰਨੀ ਜ਼ਿਆਦਾ ਪਸੰਦ ਆਈ ਸੀ ਕਿ ਪਹਿਲੇ ਪਾਰਟ ਦੇ ਬਾਅਦ ਹੀ ਸੀਕੁਅਲ ਦੀ ਮੰਗ ਉੱਠਣ ਲੱਗੀ ਸੀ, ਤੇ ਹੋਵੇ ਵੀ ਕਿਉਂ ਨਾ, ਫਿਲਮ ਦੀ ਕਹਾਣੀ ਬੇहद ਦਿਲਚਸਪ ਜੋ ਹੈ। ਚਲੋ ਅੱਜ ਤੁਹਾਨੂੰ ਦੱਸਦੇ ਹਾਂ ਕਿ KGF ਦੀ ਸੱਚੀ ਕਹਾਣੀ ਆਖਿਰ ਕੀ ਸੀ। ਸੋਨੇ ਦੀ ਜਿਸ ਖਦਾਨ ਦੇ ਉੱਪਰ ਇਹ ਫਿਲਮ ਬਣਾਈ ਗਈ ਹੈ, ਉਸ ਦਾ ਇਤਿਹਾਸ ਕਰੀਬ 121 ਸਾਲ ਪੁਰਾਣਾ ਹੈ। DNA ਦੀ ਇੱਕ ਰਿਪੋਰਟ ਦੇ ਮੁਤਾਬਿਕ ਅਸਲ ਦੇ ਵਿੱਚ KGF ਯਾਨੀ ਕਿ ਕੋਲਾਰ ਗੋਲਡ ਫੀਲਡਸ ਦੀ ਕਹਾਣੀ ਹੀ ਖੂਨੀ ਹੈ, ਕਿਉਂਕਿ ਜਿੱਥੇ ਸੋਨੇ ਦਾ ਭੰਡਾਰ ਹੋਵੇ ਉੱਥੇ ਖੂਨੀ ਲੜਾਈਆਂ ਤਾਂ ਆਖਿਰਕਾਰ ਹੋਣਗੀਆਂ ਹੀ ਹੋਣਗੀਆਂ। ਸੋਨੇ ਦੇ ਨਾਲ ਮਾਲਾਮਾਲ ਇਸ ਇਲਾਕੇ ਦੇ ਵਿੱਚ ਕਈ ਅਣਸੁਣੀਆਂ ਅਤੇ ਸੁਣੀਆਂ ਹੋਈਆਂ ਕਹਾਣੀਆਂ ਵੀ ਆਪਣੇ ਆਪ ਮੁਹਾਰੇ ਦਫਨ ਨੇ। 121 ਸਾਲ ਪਹਿਲਾਂ ਨਿਕਲਿਆ ਸੀ ਇਸ ਹੀ ਜਗ੍ਹਾ ਤੋਂ 900 ਟਨ ਸੋਨਾ। DNA ਦੀ ਇੱਕ ਰਿਪੋਰਟ ਦੇ ਮੁਤਾਬਿਕ KGF ਦੇ ਵਿੱਚ 121 ਸਾਲ ਪਹਿਲਾਂ ਖੁਦਾਈ ਦੇ ਦੌਰਾਨ ਕਰੀਬ 900 ਟਨ ਸੋਨਾ ਨਿਕਲਿਆ ਸੀ। ਕਰਨਾਟਕ ਦੇ ਕੋਲਾਰ ਗੋਲਡ ਫੀਲਡਸ ਹੈ। ਇਸ ਖਾਨ ਦੇ ਬਾਰੇ ਵਿੱਚ ਬ੍ਰਿਟਿਸ਼ ਸਰਕਾਰ ਦੇ ਲੈਫਟੀਨੈਂਟ ਜੌਨ ਵਾਰੇਨ ਨੇ ਇੱਕ ਆਰਟੀਕਲ ਲਿਖਿਆ ਸੀ। ਇਸ ਦੇ ਮੁਤਾਬਿਕ 1799 ਦੇ ਵਿੱਚ ਸ਼੍ਰੀਰੰਗਪਟਨਮ ਦੀ ਲੜਾਈ ਦੇ ਵਿੱਚ ਅੰਗਰੇਜ਼ਾਂ ਨੇ ਟੀਪੂ ਸੁਲਤਾਨ ਦੀ ਹੱਤਿਆ ਕਰਨ ਤੋਂ ਬਾਅਦ ਕੋਲਾਰ ਅਤੇ ਉਸ ਦੇ ਆਸ-ਪਾਸ ਦੇ ਇਲਾਕੇ ਦੇ ਉੱਪਰ ਕਬਜ਼ਾ ਕਰ ਲਿਆ। ਕੁਝ ਸਾਲਾਂ ਬਾਅਦ ਅੰਗਰੇਜ਼ਾਂ ਨੇ ਇਹ ਜ਼ਮੀਨ ਮੈਸੂਰ ਰਾਜ ਨੂੰ ਦੇ ਦਿੱਤੀ, ਪਰੰਤੂ ਸੋਨਾ ਉਗਲਣ ਵਾਲੇ ਇਸ ਇਲਾਕੇ ਕੋਲਾਰ ਨੂੰ ਆਪਣੇ ਕੋਲ ਹੀ ਰੱਖਿਆ ਸੀ। ਇਸ ਤੋਂ ਇਲਾਵਾ ਵਾਰੇਨ ਦੇ ਇਸ ਆਰਟੀਕਲ ਦੇ ਮੁਤਾਬਿਕ ਚੌਲ ਸਾਮਰਾਜ ਦੇ ਦੌਰਾਨ ਲੋਕ ਜ਼ਮੀਨ ਨੂੰ ਹੱਥਾਂ ਦੇ ਨਾਲ ਹੀ ਖੋਦ ਕੇ ਸੋਨਾ ਕੱਢ ਲੈਂਦੇ ਸੀ, ਜਿੱਥੇ ਕਿ ਇੱਕ ਵਾਰ ਵਾਰੇਨ ਨੇ ਪਿੰਡ ਵਾਲਿਆਂ ਨੂੰ ਲਾਲਚ ਦੇ ਕੇ ਉਹਨਾਂ ਤੋਂ ਸੋਨਾ ਕਢਵਾਇਆ ਤਾਂ ਉਸ ਨੂੰ ਪਤਾ ਲੱਗਿਆ ਕਿ ਢੇਰ ਸਾਰੀ ਮਿੱਟੀ ਦੇ ਵਿੱਚੋਂ ਥੋੜੇ ਜਿਹੇ ਹੀ ਸੋਨੇ ਦੇ ਕਣ ਨਿਕਲਦੇ ਨੇ। ਜਿੱਥੇ ਕਿ ਗੱਲ ਬਣਦੀ ਨਾ ਲੱਗੀ ਤਾਂ ਇਸ ਤੋਂ ਬਾਅਦ ਉਸਨੇ ਮਾਡਰਨ ਟੈਕਨੋਲੋਜੀ ਦਾ ਇਸਤੇਮਾਲ ਕੀਤਾ, ਫਿਰ ਵੀ ਕੋਈ ਫਾਇਦਾ ਨਹੀਂ ਹੋਇਆ, ਬਲਕਿ ਕਈ ਮਜ਼ਦੂਰਾਂ ਦੀਆਂ ਜਾਨਾਂ ਤੱਕ ਚਲੇ ਗਈਆਂ। ਥੱਕ ਹਾਰ ਕੇ ਬ੍ਰਿਟਿਸ਼ ਸਰਕਾਰ ਨੇ ਖੁਦਾਈ ਦੇ ਉੱਪਰ ਰੋਕ ਲਗਾ ਦਿੱਤੀ। ਦਰਅਸਲ ਸੋਨਾ ਮਿਲਣਾ ਇੰਨਾ ਜ਼ਿਆਦਾ ਆਸਾਨ ਕੰਮ ਵੀ ਨਹੀਂ ਸੀ ਜਿੰਨਾ ਕਿ ਲੈਫਟੀਨੈਂਟ ਵਾਰਨ ਸਮਝਦੇ ਸੀ। ਇਸ ਤੋਂ ਬਾਅਦ ਵਾਰੀ ਆਈ ਅਗਲੇ ਅਟੈਂਪਟ ਦੀ, ਜਿੱਥੇ ਕਿ ਮਸ਼ਾਲ ਲਾਲਟੇਨ ਦੀ ਰੋਸ਼ਨੀ ਦੇ ਵਿੱਚ ਖੁਦਾਈ ਕਰਨ ਦੀ ਗੱਲਬਾਤ ਵੀ ਸੁਣਨ ਦੇ ਵਿੱਚ ਆਉਂਦੀ ਹੈ। ਵਾਰਨ ਦੇ ਇਸ ਆਰਟੀਕਲ ਦੇ ਵਿੱਚ ਸਾਲਾਂ ਬਾਅਦ ਬ੍ਰਿਟਿਸ਼ ਸੈਨਿਕ ਮਾਈਕਲ ਫਿਟਜ਼ਗੇਰਾਲਡ ਲੈਵਲੀ ਨੇ 1871 ਦੇ ਵਿੱਚ ਪੜ੍ਹੀ ਅਤੇ ਉਸ ਤੋਂ ਬਾਅਦ ਸੋਨੇ ਨੂੰ ਹਾਸਲ ਕਰਨ ਦੇ ਵਾਸਤੇ ਇੱਕ ਸਨਕ ਉਸ ਦੇ ਦਿਮਾਗ ਦੇ ਉੱਪਰ ਸਵਾਰ ਹੋ ਗਈ। ਰਿਸਰਚ ਕਰਨ ਦੇ ਵਿੱਚ ਜੁੜ ਗਿਆ ਉਹ ਇਨਸਾਨ ਅਤੇ 1873 ਦੇ ਵਿੱਚ ਉਸਨੇ ਮੈਸੂਰ ਦੇ ਮਹਾਰਾਜਾ ਤੋਂ ਖੁਦਾਈ ਦੇ ਵਾਸਤੇ ਇਜਾਜ਼ਤ ਵੀ ਲੈ ਲਈ ਅਤੇ 1875 ਦੇ ਵਿੱਚ ਖੁਦਾਈ ਸ਼ੁਰੂ ਵੀ ਕਰ ਦਿੱਤੀ। ਦੋਸਤੋ, ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਇਹ ਕੰਮ ਕਿੰਨਾ ਜ਼ਿਆਦਾ ਖੌਫਨਾਕ ਸੀ। ਰੋਸ਼ਨੀ ਦੇ ਵਾਸਤੇ ਮਿਸਾਲਾਂ ਅਤੇ
ਲਾਲਟੈਨਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ, ਪਰ ਇਹ ਡਰ ਵੀ ਸੀ ਕਿ ਇਸ ਖਾਨ ਦੇ ਵਿੱਚ ਬਣਨ ਵਾਲੇ ਧੂਏ ਅਤੇ ਗੈਸ ਦੇ ਕਰਕੇ ਕਿਤੇ ਵਿਸਫੋਟ ਹੀ ਨਾ ਹੋ ਜਾਵੇ। ਇਸ ਤੋਂ ਬਾਅਦ ਵਾਰੀ ਆਉਂਦੀ ਹੈ ਉਸ ਰੈਵੋਲੂਸ਼ਨ ਦੀ ਜਿਸ ਦਾ ਇੰਤਜ਼ਾਰ ਸਾਲਾਂ ਤੋਂ ਭਾਰਤ ਨੂੰ ਸੀ। ਜੀ ਹਾਂ, ਖਾਨਾਂ ਦੇ ਵਾਸਤੇ ਲਾਲਟੇਨ ਅਤੇ ਮਸ਼ਾਲਾਂ ਦੀ ਰੋਸ਼ਨੀ ਕਾਫੀ ਨਹੀਂ ਸੀ, ਲਿਹਾਜ਼ਾ ਪਹਿਲਾਂ ਇੱਥੇ ਲੈਵਲੀ ਨੇ ਬਿਜਲੀ ਦਾ ਇੰਤਜ਼ਾਮ ਕਰਵਾਇਆ। ਰਿਪੋਰਟ ਦੇ ਮੁਤਾਬਿਕ ਸੋਨੇ ਦਾ ਲਾਲਚ ਐਸਾ ਸੀ ਕਿ KGF ਇੰਡੀਆ ਦਾ ਪਹਿਲਾ ਇਲਾਕਾ ਬਣ ਗਿਆ ਜਿੱਥੇ ਕਿ ਬਿਜਲੀ ਸਪਲਾਈ ਸ਼ੁਰੂ ਹੋ ਗਈ। ਮਸ਼ੀਨਾਂ ਦੀ ਸਹਾਇਤਾ ਦੇ ਨਾਲ 1902 ਦੇ ਵਿੱਚ 95% ਸੋਨਾ ਕੱਢਿਆ ਜਾਣ ਲੱਗ ਪਿਆ। 30,000 ਮਜ਼ਦੂਰ ਖਾਦਾਨ ਦੇ ਵਿੱਚ ਕੰਮ ਕਰਨ ਲੱਗੇ। ਲੈਵਲੀ ਦਾ ਪ੍ਰਯੋਗ ਸਫਲ ਰਿਹਾ ਅਤੇ ਇਹ ਖਾਨਾ ਸੋਨਾ ਉਗਲਣ ਲੱਗ ਪਈਆਂ। ਇਸ ਤੋਂ ਬਾਅਦ ਦੀ ਅੱਗੇ ਦੀ ਗੱਲ ਵੀ ਤੁਹਾਨੂੰ ਦੱਸਦੇ ਹਾਂ, ਜਿੱਥੇ ਕਿ ਆਜ਼ਾਦੀ ਦੇ ਬਾਅਦ ਭਾਰਤ ਸਰਕਾਰ ਨੇ ਇਹਨਾਂ ਖਾਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਤਾਂ ਲੈ ਲਿਆ ਹੈ, ਜਿੱਥੇ ਕਿ ਭਾਰਤ ਗੋਲਡ ਮਾਈਨਸ ਲਿਮਟਿਡ ਕੰਪਨੀ ਇਸ ਦਾ ਕੰਮ ਵੇਖਣ ਲੱਗ ਪਈ ਹੈ। ਸ਼ੁਰੂ ਦੇ ਵਿੱਚ ਤਾਂ ਸਭ ਕੁਝ ਠੀਕ ਰਿਹਾ, ਲੇਕਿਨ 80 ਦੇ ਦਹਾਕੇ ਦੇ ਵਿੱਚ ਕੰਪਨੀ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਹੋਣ ਲੱਗੀ। ਹਾਲਾਤ ਐਸੇ ਵੀ ਹੋਏ ਕਿ ਮਜ਼ਦੂਰਾਂ ਨੂੰ ਦੇਣ ਦੇ ਵਾਸਤੇ ਕੰਪਨੀ ਦੇ ਕੋਲ ਪੈਸਾ ਤੱਕ ਨਹੀਂ ਸੀ ਬਚਿਆ। 2001 ਦੇ ਆਉਂਦਿਆਂ ਖੁਦਾਈ ਬੰਦ ਕਰਨ ਦਾ ਫੈਸਲਾ ਲੈ ਲਿਆ ਗਿਆ ਅਤੇ ਖੁਦਾਈ ਬੰਦ ਹੁੰਦੇ ਸਾਰ ਹੀ ਕੋਲਾਰ 골ਡ ਫੀਲਡਸ ਖੰਡਰ ਦੇ ਵਿੱਚ ਤਬਦੀਲ ਹੋ ਗਿਆ। ਹਾਲਾਂਕਿ ਕਈ ਰਿਪੋਰਟਾਂ ਦੇ ਵਿੱਚ ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਅੱਜ ਵੀ ਇਸ ਜਗ੍ਹਾ ਦੇ ਉੱਪਰ ਬਹੁਤ ਜ਼ਿਆਦਾ ਸੋਨਾ ਮੌਜੂਦ ਹੈ, ਪਰੰਤੂ ਫਿਰ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਇਸ ਦੇ ਬਾਰੇ ਵਿੱਚ ਸਵਾਲ ਇਹ ਜ਼ਰੂਰ ਉੱਠਦਾ ਹੈ ਕਿ ਭਾਰਤ ਸਰਕਾਰ ਆਖਿਰ ਜੇ ਇਸ ਦੇ ਬਾਰੇ ਵਿੱਚ ਕੁਝ ਜਾਣਦੀ ਹੈ ਤਾਂ ਫਿਰ ਕੋਈ ਕਾਰਵਾਈ ਕਿਉਂ ਨਹੀਂ ਕਰਦੀ। ਦੋਸਤੋ, KGF ਪਾਰਟ 2 ਦੇ ਵਿੱਚ ਇੱਕ ਡਾਇਲੌਗ ਹੈ ਜਿਸ ਨੂੰ ਸੁਣ ਕੇ ਤੁਹਾਨੂੰ ਵੀ ਇਸ ਕਹਾਣੀ ਦੀ ਸੱਚਾਈ ਦੇ ਉੱਪਰ ਭਰੋਸਾ ਹੋਣ ਲੱਗੇਗਾ, ਜਿਸ ਦੇ ਵਿੱਚ ਇੱਕ ਡਾਇਲੌਗ ਹੈ ਕਿ खून से लिखी हुई कहानी है ये, स्याही से नहीं बढ़ेगी, अगर आगे बढ़ाना है तो फिर से खून ही मांगेगी, अगर बंद पड़े खदानों की फिर से खुदाई की जाती है कि फिर से खून ही मांगेगी। ਤਾਂ ਅੱਜ ਦੇ KGF 2 ਦੇ ਇਸ ਰਿਵਿਊ ਦੇ ਵਿੱਚ ਫਿਲਹਾਲ ਇੰਨਾ ਹੀ ਅਤੇ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਾਣਕਾਰੀ ਮਿਲ ਗਈ ਹੋਣੀ ਹੈ ਕਿ KGF ਜੋ ਹੈ ਇਲਾਕਾ ਉਹ ਕਿੰਨਾ ਜ਼ਿਆਦਾ ਬੇਸ਼ਕੀਮਤੀ ਰਿਹਾ ਹੈ ਅਤੇ ਇਸੇ ਕੋਲਾਰ 골ਡ ਫੀਲਡ ਦੇ ਕਰਕੇ ਹੀ ਭਾਰਤ ਨੂੰ ਸੋਨੇ ਦੀ ਚਿੜੀ ਦੇ ਲਕਬ ਦੇ ਨਾਲ ਜਾਣਿਆ ਅਤੇ ਪਹਿਚਾਣਿਆ ਜਾਂਦਾ ਰਿਹਾ ਹੈ। ਤਾਂ ਖੈਰ, ਇਸ ਦੇ ਬਾਰੇ ਵਿੱਚ ਤੁਸੀਂ ਵੀ ਜੇਕਰ ਕੋਈ ਅਹਿਮ ਜਾਣਕਾਰੀ ਸਾਂਝੀ ਕਰਨੀ ਚਾਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਆ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ। ਬਿਊਰੋ ਰਿਪੋਰਟ, ਚੜ੍ਹਦੀ ਕਲਾ ਟਾਈਮ TV।